सच्ची बाणी। किरपा करहो दीन के दाते, मेरा गुण अवगुण ना विचार हो कोई। माटी का क्या धोपै स्वामी, मानस की गत एही। जेता समुंद सागर नीर भरिया, तेते अवगुण हमारे। दया करहो किछ मेहर उपावहो, डुबदे पत्थर तारे। सतनाम वाहिगुरु साहिब जीओ। असुन प्रेम उमाहड़ा, क्यों मिलिए हर जाए। मन तन प्यास दर्शन घनी, कोई आन मिलावे माए। संत सहाई प्रेम के, हाँ तिनकै लागा पाए। विण प्रभ क्यों सुख पाइयै, दूजी नाही जाए। जिनी चाखिया प्रेम रस, से तृप्त रहै आघाई। आप त्याग बिनती करें, ले हो प्रभु लड़ लाए। जो हर कंत मिलाइया, से विछुड़ कतै ना जाए। प्रभ विण दूजा को नहीं, नानक हर शरणाए। असु सुखी वसंदियाँ, जिन्ना माया हर राए। असु सुखी वसंदियाँ, जिन्ना माया हर राए। वाहिगुरु जी का खालसा, वाहिगुरु जी की फतेह। जुग जुग अटल
ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁੱਲ ਕਾਇਨਾਤ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਾਹਿਬਾਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ, ਜਿੱਥੇ ਪਹਿਲਾਂ ਨਿਤਨੇਮ ਹੋਏ, ਆਰੰਭ ਕੀਤੇ ਗਏ ਸ੍ਰੀ ਸਹਿਜ ਪਾਠ ਜੀਆਂ ਦੀ ਸੰਪੂਰਨਤਾ ਹੋਈ। 12 ਮਹਾਂ ਬਾਣੀ ਦੇ ਸੰਪੂਰਨ ਪਾਠ ਹੋਏ, ਆਪ ਜੀ ਨੇ ਸਰਵਣ ਕੀਤੇ। ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਬੋਲ, ਅੱਸੂ ਮਹੀਨੇ ਦੇ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹਨਾਂ ਬਚਨਾਂ ਨੂੰ ਆਧਾਰ ਬਣਾ ਕਰਕੇ ਗੁਰੂ ਬਖਸ਼ਿਸ਼, ਗੁਰੂ ਮਿਹਰ ਦੇ ਸਦਕਾ ਗੁਰਮਤ ਵਿਚਾਰਾਂ ਦੀ ਸਾਂਝ ਆਪ ਜੀ ਨਾਲ ਪਾਵਾਂ। ਇਕਾਗਰਤਾ ਬਖਸ਼ੋ ਸਾਰੇ ਹੀ ਮਾਈ ਭਾਈ ਗੁਰੂ ਕੀ ਸੰਗਤ ਪਿਆਰ ਵਿੱਚ ਭਿੱਜ ਕੇ ਆਪੋ ਆਪਣੀ ਰਸਨਾ ਪਵਿੱਤਰ ਕਰਦੇ ਹੋਏ ਇੱਕ ਵਾਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਕਰੋ ਕਿਰਪਾ ਫਿਰ ਇੱਕ ਵਾਰ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਅਸੁਨ ਪ੍ਰੇਮ ਉਮਾਹੜਾ। ਅੱਸੂ ਦਾ ਮਹੀਨਾ ਤੇ ਅੰਦਰ ਪ੍ਰੇਮ ਨੇ, ਪਿਆਰ ਨੇ ਹੁਲਾਰਾ ਮਾਰਿਆ। ਗੁਰਬਾਣੀ ਅੰਦਰ ਪਿਆਰ, ਪ੍ਰੇਮ, ਪ੍ਰੀਤ, ਨੇਹ, ਸਨੇਹ, ਮੁਹੱਬਤ ਜਾਂ ਆਸ਼ਕੀ, ਹੋਰ ਗੁਰਦੇਵ ਦੀ ਜੇ ਆਪਾਂ ਬਾਣੀ ਨੂੰ ਪੜ੍ਹਦੇ ਜਾਈਏ, ਭਾਉ, ਭਾਵ ਇਤਿਆਦਿਕ ਸ਼ਬਦ ਆਉਂਦੇ ਨੇ ਤੇ ਸਾਰੇ ਸ਼ਬਦਾਂ ਦਾ ਅਰਥ ਇੱਕੋ ਹੀ ਹੈ, ਪ੍ਰੇਮ ਜਾਂ ਪਿਆਰ। ਗੁਰੂ ਨਾਨਕ ਸਾਹਿਬ ਦੇ ਮੁਬਾਰਕ ਬੋਲ ਤਾਂ ਲਗਭਗ ਸਾਨੂੰ ਸਾਰਿਆਂ ਨੂੰ ਯਾਦ ਨੇ। ਜਾਓ ਤਉ ਪ੍ਰੇਮ ਖੇਲਣ ਕਾ ਚਾਓ। ਪ੍ਰੇਮ ਦੀ ਖੇਡ ਖੇਡਣ ਦਾ ਜਿਹਦੇ ਅੰਦਰ ਚਾਹ ਹੈ ਗੁਰਮੁਖੋ। ਤੇ ਜਦੋਂ ਧੰਨ ਗੁਰੂ ਅੰਗਦ ਸਾਹਿਬ ਦਾਤਾ ਜੀ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਬਾਣੀ ਦਾ ਪਾਠ ਪੜ੍ਹਿਆ, ਉਹਨਾਂ ਦੇ ਸਲੋਕਾਂ ਨੂੰ ਪੜ੍ਹਿਆ, ਧੰਨ ਗੁਰੂ ਅੰਗਦ ਸਾਹਿਬ ਦਾਤਾ ਜੀ ਮਹਾਰਾਜ ਪ੍ਰੇਮ ਦੀ ਖੇਡ, ਪਿਆਰ ਦੀ ਖੇਡ ਗੁਰੂ ਨਾਨਕ ਸਾਹਿਬ ਨਾਲ, ਬਾਬੇ ਨਾਨਕ ਦੇ ਨਾਲ ਖੇਡਦੇ ਨੇ, ਤਾਂ ਉਹਨਾਂ ਦੇ ਮੁਖਾਰ ਬਿੰਦ ਤੋਂ ਜਿਹੜਾ ਪਹਿਲਾ ਸ਼ਲੋਕ ਨਿਕਲਿਆ ਉਹ ਸ਼ਲੋਕ ਹੈ, ਜਿਸ ਪਿਆਰੇ ਸਿਉ ਨੇ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ। ਜਿਹਦੇ ਨਾਲ ਪਿਆਰ ਹੋਵੇ ਉਹਦੇ ਨਾਲ ਬੰਦਾ ਚਲਾਕੀਆਂ ਨਹੀਂ ਕਰਦਾ, ਉਹਦੇ ਨਾਲ ਚਤੁਰਾਈਆਂ ਨਹੀਂ ਕਰਦਾ, ਤੇ ਉਹਦੇ ਅੱਗੇ ਕਦੇ ਆਪਣੀਆਂ ਸਿਆਣਪਾਂ ਨੂੰ ਵੀ ਰੱਖਣ ਦਾ ਯਤਨ ਨਹੀਂ ਕਰਦਾ। ਜਿਹਦੇ ਨਾਲ ਪਿਆਰ ਹੋਵੇ। ਧੰਨ ਗੁਰੂ ਅੰਗਦ ਸਾਹਿਬ ਦਾਤਾ ਜੀ ਨੇ ਆਪਣੇ ਸਲੋਕਾਂ 'ਚ ਇਹ ਕਿਰਪਾਲਤਾ ਕੀਤੀ। ਨੇੜੇ ਕਰ ਗੱਲ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਅਸੁਨ ਪ੍ਰੇਮ ਉਮਾਹੜਾ। ਜਦੋਂ ਆਪਾਂ ਧੰਨ ਧੰਨ ਭਗਤ ਫਰੀਦ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਬਾਣੀ ਦੇ ਬਚਨ ਪੜ੍ਹੀਏ, ਉਹਨਾਂ ਨੇ ਦੋ ਗੱਲਾਂ ਕਹੀਆਂ ਨੇ, ਸ਼ਬਦ ਉਹਨਾਂ ਨੇ ਵਰਤੇ ਨੇ। ਕਹਿਣ ਲੱਗੇ, ਫਰੀਦਾ ਉਮਰ ਸੁਹਾਵੜੀ। ਉਮਰ ਸੁਹਾਵੜੀ ਦਾ ਭਾਵ ਹੈ ਕਿ ਉਮਰ ਜਿਹੜੀ ਸੌਖੀ ਹੈ, ਉਮਰ ਸੌਖੀ ਲੰਘ ਰਹੀ ਹੈ।
ਫਰੀਦਾ ਉਮਰ ਸੁਹਾਵੜੀ, ਤੇ ਦੂਜੀ ਗੱਲ ਨਾਲ ਕਹੀ ਸੰਗ ਸੁਵੰਨੜੀ ਦੇ। ਸੰਗ ਸੁਵੰਨੜੀ ਦੇ ਦਾ ਭਾਵ ਇੱਕ ਤੇ ਪਿਆਰਿਆ ਉਮਰ ਸੌਖੀ ਲੰਘ ਰਹੀ ਆ, ਤੇ ਦੂਸਰਾ ਮਾਲਕ ਨੇ ਤੇਰੇ ਤੇ ਮਿਹਰ ਕੀਤੀ। ਆ ਜਿਹੜਾ ਦੇਹੀ ਹੈ, ਆ ਜਿਹੜਾ ਸਰੀਰ ਹੈ, ਇਹ ਜੋ ਕਾਇਆ ਹੈ, ਇਹ ਰੋਗਾਂ ਤੋਂ ਬਚੀ ਹੋਈ ਹੈ। ਆ ਦੋ ਗੱਲਾਂ ਕਹੀਆਂ, ਤੇ ਨਾਲ ਅਗਲੀ ਪੰਕਤੀ ਵਿੱਚ ਬਚਨ ਬਖਸ਼ੇ, ਵਿਰਲੇ ਕਈ ਪਾਈਨ, ਜਿਨ੍ਹਾਂ ਪਿਆਰੇ ਨੇ ਜ਼ਿੰਦਗੀ ਸੌਖੀ ਲੰਘ ਰਹੀ ਹੋਵੇ ਤੇ ਦੇਹੀ ਰੋਗਾਂ ਤੋਂ ਬਚੀ ਹੋਵੇ। ਬਾਬਾ ਫਰੀਦ ਸਾਹਿਬ ਕਹਿਣ ਲੱਗੇ, ਕੋਈ ਵਿਰਲਾ ਹੀ ਹੈ ਜਿਹੜਾ ਪਰਮਾਤਮਾ ਨਾਲ ਪਿਆਰ ਪਾ ਲੈਂਦਾ ਹੈ। ਵੇ ਕੋਈ ਵਿਰਲਾ ਹੀ ਹੈ ਜਿਹੜਾ ਪਰਮਾਤਮਾ ਨਾਲ ਪਿਆਰ ਪਾ ਲਵੇ। ਬਾਬੇ ਫਰੀਦ ਸਾਹਿਬ ਨੇ ਤੇ ਇੱਥੋਂ ਤੱਕ ਵੀ ਆਖਿਆ, ਕਹਿਣ ਲੱਗੇ, ਮੇਰਾ ਜੋਬਨ ਜਵਾਨੀ ਲੰਘਦੀ ਹੈ ਤੇ ਲੰਘ ਜਾਏ, ਪਰ ਮੇਰਾ ਅਕਾਲ ਪੁਰਖ ਪਰਮਾਤਮਾ ਨਾਲੋਂ ਪ੍ਰੇਮ ਪਿਆਰ ਤੇ ਪ੍ਰੀਤ ਕਦੇ ਨਹੀਂ ਟੁੱਟਣੀ ਚਾਹੀਦੀ। ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ। ਤੇ ਅਗਲਾ ਬੋਲ ਆਖਿਆ, ਫਰੀਦਾ ਕਿਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਪਤਾ ਨਹੀਂ ਕਿੰਨੀਆਂ ਕੁ ਜਵਾਨੀਆਂ ਨੇ ਜਿਨ੍ਹਾਂ ਦਾ ਰੱਬ ਨਾਲ ਪਿਆਰ ਨਹੀਂ ਪਿਆ, ਜਵਾਨੀ ਨਾਲ ਪਿਆਰ ਨਹੀਂ ਪਿਆ, ਤੇ ਜਵਾਨੀ ਵਿੱਚ ਵੀ ਜੀਵਨ ਇਦਾਂ ਦਾ ਹੋ ਗਿਆ ਜਿਵੇਂ ਬੰਦਾ ਸੁੱਕ ਗਿਆ ਹੋਵੇ ਤੇ ਜਿਵੇਂ ਕੁਮਲਾ ਗਿਆ ਹੋਵੇ। ਹੁਣ ਵੇਖੋ, ਜਵਾਨੀ ਵਿੱਚ ਹੀ, ਹੁਣ ਉਦਾਹਰਨ ਦੇਣ ਲੱਗਾ ਕਿਸੇ ਦੀ ਜੀ, ਪਰ ਜਵਾਨੀ ਦੀ ਉਮਰ ਹੋਵੇ ਤੇ ਬੰਦਾ ਮਾੜੀ ਸੰਗਤ ਵਿੱਚ ਪੈ ਕੇ ਜੇ ਕਿਤੇ ਨਸ਼ਿਆਂ ਦੀ ਦਲਦਲ ਵਿੱਚ ਚਲਿਆ ਜਾਏ ਨਾ, ਤਾਂ ਸੱਚਮੁੱਚ ਪਿਆਰਿਓ ਜਵਾਨੀ ਵਿੱਚ ਹੀ ਜੀਵਨ ਸੁੱਕਾ ਜਿਹਾ ਤੇ ਕਮਲਾਉਣ ਵਰਗੀ ਹਾਲਤ ਹੋ ਜਾਂਦੀ ਹੈ। ਧੰਨ ਧੰਨ ਭਗਤ ਫਰੀਦ ਸਾਹਿਬ ਜੀ ਨੇ ਵੀ ਆਪਣੀ ਬਾਣੀ ਅੰਦਰ ਇਹ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ। ਜੇ ਹੋਰ ਆਪਾਂ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦਾ ਪਾਠ ਪੜ੍ਹੀਏ, ਮੈਂ ਕੇਵਲ ਪ੍ਰੇਮ ਦੇ ਪਰਥਾਏ, ਪ੍ਰੀਤ ਦੇ ਪਰਥਾਏ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਮਹਾਰਾਜ, ਤਿੰਨਾਂ ਨੂੰ ਕਦੇ ਸਿੱਖ ਸਵਾਲ ਕਰਦੇ ਨੇ ਤੇ ਸਵਾਲ ਕਰਕੇ ਕਹਿੰਦੇ ਨੇ, ਰੱਬ ਨਾਲ ਪਿਆਰ ਕਿਵੇਂ ਪਾਇਆ ਜਾ ਸਕਦਾ ਹੈ, ਰੱਬ ਨਾਲ ਪ੍ਰੀਤ ਕਿਵੇਂ ਪੈਂਦੀ ਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਸਾਹਿਬ ਨੇ ਅੱਗੋਂ ਬਚਨ ਬਖਸ਼ਿਸ਼ ਕੀਤੇ, ਕਹਿਣ ਲੱਗੇ, ਸੋਰਠ ਮਹੱਲਾ 9, ਰੇ ਮਨ ਰਾਮ ਸਿਉ ਕਰ ਪ੍ਰੀਤ। ਰੱਬ ਦੇ ਨਾਲ ਪ੍ਰੀਤ, ਰੱਬ ਨਾਲ ਪ੍ਰੀਤ ਕਰ, ਰੱਬ ਨਾਲ ਪਿਆਰ ਪਾ। ਤੇ ਪੁੱਛਿਆ, ਮਹਾਰਾਜ ਕਿਵੇਂ ਪਾਈਏ? ਸਰਵਨ ਗੋਬਿੰਦ ਗੁਣ ਸੁਣੋ। ਇਹਨਾਂ ਕੰਨਾਂ ਦੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਸੁਣ ਤੇ ਜੀਭ ਨਾਲ ਪਰਮਾਤਮਾ ਦੇ ਗੁਣ ਗਾ। ਜਦੋਂ ਕੰਨਾਂ ਨਾਲ ਗੁਣ ਸੁਣਾਂਗੇ ਤੇ ਜੀਭ ਨਾਲ ਪਰਮਾਤਮਾ ਦੇ ਗੁਣ ਗਾਵਾਂਗੇ, ਪਰਮਾਤਮਾ ਨਾਲ ਪਿਆਰ ਪੈ ਜਾਏਗਾ। ਪਰਮਾਤਮਾ ਨਾਲ ਪਿਆਰ ਇੱਦਾਂ ਬਣ ਆਉਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਇੱਦਾਂ ਪੈਂਦੀ ਉਸ ਅਕਾਲ ਪੁਰਖ ਪਰਮਾਤਮਾ ਨਾਲ ਪ੍ਰੀਤ। ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਤੇ ਨਾਲ ਇੱਕ ਬਚਨ ਹੋਰ ਬਖਸ਼ਿਆ ਜੇ, ਰਹਾਓ, ਕਹਿਣ ਲੱਗੇ, ਸਤ ਸੰਗਤ ਕਰਿਆ ਕਰ। ਸਤ ਸੰਗਤ ਵਿੱਚ ਆ ਕੇ ਸ਼ਬਦ ਨਾਲ, ਬਾਣੀ ਨਾਲ ਆਪਣਾ ਚਿੱਤ ਜੋੜਿਆ ਕਰ। ਤੇ ਪੁੱਛਿਆ ਗੁਰੂ ਤੇਗ ਬਹਾਦਰ ਮਹਾਰਾਜ, ਸਤ ਸੰਗਤ ਵਿੱਚ ਆ ਕੇ ਸ਼ਬਦ ਨਾਲ ਚਿੱਤ ਜੋੜਿਆ ਫਿਰ ਕੀ ਹੁੰਦਾ ਹੈ? ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਜਿਹੜੇ ਸਤ ਸੰਗਤ ਵਿੱਚ ਆ ਕੇ ਸ਼ਬਦ ਨਾਲ, ਬਾਣੀ ਨਾਲ ਆਪਣਾ ਚਿੱਤ ਜੋੜ ਲੈਂਦੇ ਨੇ, ਸਤ ਸੰਗਤ ਤੇ ਸ਼ਬਦ ਉਹਦੇ ਪਾਪੀ ਜੀਵਨ ਨੂੰ ਪਵਿੱਤਰ ਕਰਕੇ ਰੱਖ ਦਿੰਦਾ ਹੈ। ਗੁਰਮੁਖੋ, ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਤਤ ਪੁਨੀਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਬਚਨ ਬਖਸ਼ੇ। ਜਦੋਂ ਆਪਾਂ ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਮਹਾਰਾਜ ਤਿੰਨਾਂ ਦੀ ਬਾਣੀ ਨੂੰ ਪੜ੍ਹਨ ਦਾ ਯਤਨ ਕਰਦੇ ਹਨ, ਤੇ ਸਾਹਿਬ ਨੇ ਆਪਣੀ ਬਾਣੀ ਵਿੱਚ ਬੇਅੰਤ ਵਾਰ ਪ੍ਰੇਮ ਦੀ ਗੱਲ, ਪਿਆਰ ਦੀ ਗੱਲ ਗੁਰੂ ਅਰਜਨ ਸਾਹਿਬ ਦਾਤਾ ਜੀ ਮਹਾਰਾਜ ਨੇ ਆਪਣੀ ਬਾਣੀ ਅੰਦਰ ਕੀਤੀ। ਹੁਣ ਕਦੇ ਬਾਬੇ ਕਬੀਰ ਸਾਹਿਬ ਜੀ ਮਹਾਰਾਜ ਨੂੰ ਪੁੱਛ ਕੇ ਵੇਖਿਓ, ਭਗਤ ਰਵਿਦਾਸ ਮਹਾਰਾਜ, ਤਿੰਨਾਂ ਨੂੰ ਆਪਾਂ ਜੇ ਪੁੱਛ ਕੇ ਵੇਖਣ ਦਾ ਯਤਨ ਕਰੀਏ ਤੇ ਭਗਤ ਕਬੀਰ ਸਾਹਿਬ ਜੀ ਨੇ ਬੋਲ ਬੜੇ ਪਿਆਰੇ ਕਹੇ, ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਬਾਣੀ ਵਿੱਚ ਇੱਥੋਂ ਤੱਕ ਵੀ ਕਹਿ ਦਿੱਤਾ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ। ਮਹਿੰਗਾ
ਕਹਿਣ ਲੱਗੇ ਆਪਣਾ ਆਪਾ ਉਹਦੇ ਅੱਗੇ ਰੱਖਣਾ ਪੈਂਦਾ ਹੈ। ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ, ਆਪਣੀ ਆਤਮਾ, ਆਪਣਾ ਅੰਤਰ ਆਤਮਾ, ਆਪਣਾ ਅੰਦਰ, ਆਪਣਾ ਮਨ ਮਾਲਕ ਦੇ ਚਰਨਾਂ 'ਚ ਭੇਟਾ ਕਰਨਾ ਪੈਂਦਾ ਹੈ। ਤੇ ਫਿਰ ਕਿਤੇ ਜਾ ਕੇ ਮਾਲਕ ਦੇ ਨਾਲ ਪ੍ਰੀਤ ਵਾਲੀਆਂ ਗੰਢਾਂ ਬਣ ਆਉਂਦੀਆਂ ਨੇ। ਗੁਰਮੁਖੋ, ਬੜੀ ਮਹਿੰਗੀ ਪ੍ਰੀਤ ਦੀਆਂ ਗੱਲਾਂ ਗੁਰਬਾਣੀ ਵਿੱਚ ਕੀਤੀਆਂ ਗਈਆਂ ਨੇ ਵੀ ਰੱਬ ਦੀ ਪ੍ਰੀਤ ਸਭ ਤੋਂ ਮਹਿੰਗੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾਲਤਾ ਕੀਤੀ। ਜਦੋਂ ਬੈਰਾੜੀ ਰਾਗ ਦੀ ਬਾਣੀ ਪੜ੍ਹੀਏ ਨਾ, ਤੇ ਸਾਹਿਬ ਨੇ ਉੱਥੇ ਕਿਰਪਾਲਤਾ ਕੀਤੀ। ਕਹਿਣ ਲੱਗੇ ਬਿਨ ਹਰ ਪ੍ਰੀਤ ਅਵਰ ਪ੍ਰੀਤ ਸਭ ਝੂਠੀ, ਇੱਕ ਰੱਬ ਦੀ ਪ੍ਰੀਤ ਤੋਂ ਬਿਨਾ ਹੋਰ ਸਾਰੀਆਂ ਪ੍ਰੀਤਾਂ ਜਿਹੜੀਆਂ ਨੇ ਉਹ ਝੂਠੀਆਂ ਨੇ। ਝੂਠੀ ਪ੍ਰੀਤ ਕਹਿ ਦਿੱਤਾ ਮਹਾਰਾਜ ਨੇ, ਗੁਰੂ ਰਾਮਦਾਸ ਮਹਾਰਾਜ ਨੇ। ਧੰਨ ਗੁਰੂ ਅਰਜਨ ਸਾਹਿਬ ਅੱਜ ਕਿਰਪਾਲਤਾ ਕਰਦੇ ਪਏ ਨੇ। ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰ ਜਾਏ। ਅੱਸੂ ਦਾ ਮਹੀਨਾ, ਅੰਦਰ ਪ੍ਰੇਮ ਦਾ ਪਿਆਰ ਦਾ ਉਛਾਲਾ ਵੱਜਾ ਤੇ ਚਿੱਤ ਵਿੱਚ ਇੱਕ ਖਿਆਲ ਆਇਆ, ਉਸ ਪਰਮਾਤਮਾ ਨੂੰ ਕਿਵੇਂ ਮਿਲਿਆ ਜਾਏ। ਪਰਮਾਤਮਾ ਨੂੰ ਕਿਵੇਂ ਮਿਲਿਆ ਜਾਏ। ਪਰਮਾਤਮਾ ਨੂੰ ਮਿਲਣਾ ਚਾਹੁੰਦੇ, ਸਚਿਆਰ ਬਣਨਾ ਪੈਣਾ, ਤੇ ਸਚਿਆਰ ਬਣਨ ਲਈ ਹੁਕਮ ਰਜਾਈ ਚੱਲਣਾ ਪੈਣਾ। ਸਚਿਆਰ ਬਣਨ ਲਈ ਸੱਚ ਨਾਲ, ਬਾਣੀ ਨਾਲ, ਸ਼ਬਦ ਨਾਲ ਆਪਣਾ ਚਿੱਤ ਜੋੜਨਾ ਪੈਣਾ। ਗੁਰੂ ਦੇ ਉਪਦੇਸ਼ ਦੀ, ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਪੈਂਦੀ ਹੈ ਜੇ ਕੋਈ ਪਰਮਾਤਮਾ ਤੱਕ ਪਹੁੰਚਣਾ ਚਾਹੁੰਦਾ ਹੋਵੇ। ਹੁਣ ਇੱਕ ਖਿੰਨ ਥੋੜ੍ਹਾ ਜਿਹਾ ਜੇ ਇਤਿਹਾਸ ਦੇ ਪੰਨਿਆਂ 'ਚੋਂ ਕਿਉਂ ਮਿਲੀਏ ਹਰ ਜਾਏ, ਕਿਵੇਂ ਪਰਮਾਤਮਾ ਨੂੰ ਮਿਲਿਆ ਜਾਏ। ਇਤਿਹਾਸ ਦੇ ਪੰਨਿਆਂ ਵਿੱਚੋਂ ਕਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਭਾਈ ਮਲੂਕੇ ਵਰਗੇ ਸਵਾਲ ਕਰਦੇ ਨੇ, ਮਲੂਕ ਦਾਸ ਜੋਗੀ ਵਰਗੇ ਸਵਾਲ ਕਰਕੇ ਕਹਿੰਦੇ ਨੇ, ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਤੁਹਾਡੇ ਦੀਦਾਰ ਹੋਏ, ਤੁਹਾਡੇ ਮੁਖਾਰ ਬਿੰਦ ਤੋਂ ਬਾਣੀ ਨੂੰ ਸਰਵਣ ਕੀਤਾ, ਅੰਦਰ ਆਨੰਦ ਆਇਆ, ਮਨ ਚਿੱਤ ਖਿੜ ਗਿਆ, ਤੁਹਾਡੇ ਦੀਦਾਰ ਕਰ, ਗੁਰਬਾਣੀ ਸਰਵਣ ਕਰ। ਤੇ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਕਿਰਪਾਲਤਾ ਕਰੋ, ਤੁਹਾਡੇ ਸਦਾ ਹੀ ਦੀਦਾਰ ਹੁੰਦੇ ਰਹਿਣ। ਪਿਆਰ ਪੈ ਗਿਆ, ਤੁਹਾਡੇ ਸਦਾ ਹੀ ਦੀਦਾਰ ਹੁੰਦੇ ਰਹਿਣ। ਇਹ ਕਿਵੇਂ ਹੋ ਸਕਦਾ ਮਹਾਰਾਜ। ਤੇ ਸਾਹਿਬ ਨੇ ਬੋਲ ਬੜੇ ਪਿਆਰੇ ਕਹਿਣ ਲੱਗੇ, ਮਲੂਕ ਦਾਸ, ਗੁਰਬਾਣੀ ਦਾ ਇੱਕ ਗੁਟਕਾ ਮਲੂਕ ਦਾਸ ਦੇ ਝੋਲੀ ਪਾਇਆ, ਬਖਸ਼ਿਆ। ਕਹਿਣ ਲੱਗੇ ਗੁਰਬਾਣੀ ਪੜ੍ਹਿਆ ਕਰ, ਗੁਰਬਾਣੀ ਪੜ੍ਹਿਆ ਕਰ, ਤੈਨੂੰ ਰੋਜ਼ਾਨਾ ਦੀਦਾਰ ਹੋਇਆ ਕਰਨਗੇ ਗੁਰੂ ਦੇ। ਪਰਮਾਤਮਾ ਦਾ ਸਿਮਰਨ ਕਰਿਆ ਕਰ, ਤੇਰੇ ਅੰਦਰ ਨੂੰ ਸ਼ਾਂਤੀ, ਤੇਰੇ ਅੰਦਰ ਨੂੰ ਟਿਕਾ ਆਏਗਾ, ਤੇਰੇ ਅੰਦਰ ਨੂੰ ਸ਼ਾਂਤੀ, ਤੇਰੇ ਅੰਦਰ ਨੂੰ ਟਿਕਾ। ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਬਚਨ ਬਖਸ਼ਿਸ਼ ਕੀਤੇ ਨੇ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰ ਜਾਏ। ਅਗਲਾ ਬੋਲ, ਮਨ ਤਨ ਪਿਆਸ ਦਰਸ਼ਨ ਘਣੀ। ਮਨ ਵਿੱਚ ਤੇ ਤਨ ਵਿੱਚ ਬਹੁਤ ਪਿਆਸ ਹੈ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਹੁਣ ਵੇਖੋ ਵਾਰ-ਵਾਰ ਕਦੇ ਤੇ ਬਚਨ ਆਉਣਗੇ, ਕਿਉਂ ਮਿਲੀਏ ਹਰ ਜਾਏ। ਅਗਲਾ ਬਚਨ ਆਇਆ, ਕੋਈ ਆਣ ਮਿਲਾਵੇ ਮਾਏ, ਅੰਦਰ ਤਾਂਗ ਹੈ, ਅੰਦਰ ਖਿੱਚ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਅਗਲੀਆਂ ਪੰਕਤੀਆਂ 'ਚ ਕਿਰਪਾਲਤਾ ਕਰਦੇ ਨੇ, ਸੰਤ ਸਹਾਈ ਪ੍ਰੇਮ ਕੇ ਹਉ ਤਿਨਕੈ ਲਾਗਾ ਪਾਏ। ਆਪਾਂ ਪਹਿਲਾਂ ਵੀ ਗੁਰਬਾਣੀ ਵਿੱਚੋਂ ਵਿਚਾਰਿਆ ਕਈ ਵਾਰ ਕਿ ਸੰਤ ਸ਼ਬਦ ਗੁਰਬਾਣੀ ਵਿੱਚ ਗੁਰੂ ਲਈ ਵੀ ਆਇਆ, ਸੰਤ ਸ਼ਬਦ ਗੁਰਬਾਣੀ ਵਿੱਚ ਸਤ ਸੰਗਤ ਲਈ ਵੀ ਆਇਆ, ਤੇ ਸੰਤ ਸ਼ਬਦ ਗੁਰਬਾਣੀ ਅੰਦਰ ਰੱਬ ਦੇ ਪਿਆਰਿਆਂ ਲਈ, ਬੰਦਗੀ ਕਰਨ ਵਾਲਿਆਂ ਲਈ, ਜਿਨ੍ਹਾਂ ਬਾਰੇ ਗੁਰੂ ਅਰਜਨ ਸਾਹਿਬ ਦਾਤਾ ਜੀ ਮਹਾਰਾਜ ਜੈਤ ਸ੍ਰੀ ਕੀ ਵਾਰ ਵਿੱਚ ਕਿਰਪਾਲਤਾ ਕਰਦੇ ਨੇ। ਜਦੋਂ ਸਾਹਿਬ ਨੇ ਬਚਨ ਬਖਸ਼ੇ, ਜਿਉਂ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੈ,
ਬੂੰਦ ਵਿਹੂਣਾ ਚਾਤਰ ਕੋ ਕਿਉ ਕਰ ਤ੍ਰਿਪਤਾਵੈ। ਨਾਦ ਕੁਰੰਕੈ ਵਿਦਿਆ ਸਨਮੁਖ ਉਠ ਧਾਵੈ। ਭਵਰ ਲੋਭੀ ਕੁਸਮ ਬਾਸਕਾ ਫੁੱਲ ਆਪ ਬੰਧਾਵੈ। ਤੇ ਅਖੀਰ ਮਹਾਰਾਜ ਨੇ ਆਖਿਆ ਤਿਉ ਸੰਤ ਜਨਾ ਹਰ ਪ੍ਰੀਤ ਹੈ। ਰੱਬ ਦੇ ਪਿਆਰਿਆਂ ਦੀ ਪ੍ਰੀਤ ਇਵੇਂ ਦੀ ਹੁੰਦੀ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਰੱਬ ਦੇ ਪਿਆਰਿਆਂ ਦੀ ਪ੍ਰੀਤ ਆ ਜਿਹੜੀਆਂ ਉਦਾਹਰਨਾਂ ਦਿੱਤੀਆਂ ਨੇ ਮਹਾਰਾਜ ਨੇ, 5 ਉਦਾਹਰਨਾਂ ਦੇ ਕੇ 4-5 ਉਦਾਹਰਨਾਂ ਦੇ ਕੇ ਸਮਝਾਇਆ ਕਿ ਰੱਬ ਦੇ ਪਿਆਰਿਆਂ ਦੀ ਸੰਤ ਜਨਾਂ ਦੀ ਪ੍ਰੀਤ ਜਿਹੜੀ ਹੈ ਅਕਾਲ ਪੁਰਖ ਪਰਮਾਤਮਾ ਨਾਲ ਇਸ ਤਰ੍ਹਾਂ ਦੀ ਹੁੰਦੀ ਹੈ। ਸੰਤ ਸਹਾਈ ਪ੍ਰੇਮ ਕੇ ਹਉ ਤਨਕੈ ਲਾਗਾ ਪਾਏ। ਕਹਿਣ ਲੱਗੇ ਉਹਨਾਂ ਪਿਆਰਿਆਂ ਦੀ ਸੰਗਤ ਵਿੱਚ ਜੁੜ ਕੇ, ਉਹਨਾਂ ਪਿਆਰਿਆਂ ਦੇ ਕੋਲ ਬਹਿ ਕੇ, ਉਹਨਾਂ ਪਿਆਰਿਆਂ ਦੀ ਸੰਗਤ ਕਰਕੇ, ਮਾਲਕ ਦੇ ਗੁਣਾਂ ਨੂੰ ਗਾ ਕੇ ਉਸ ਪਰਮਾਤਮਾ ਨਾਲ ਮਿਲਿਆ ਜਾ ਸਕਦਾ ਹੈ। ਸਹਾਈ ਹੁੰਦੇ ਨੇ। ਥੋੜ੍ਹਾ ਜਿਹਾ ਸੰਤ ਸਹਾਈ ਸ਼ਬਦ 'ਤੇ ਮੈਂ ਤੁਹਾਡੇ ਨਾਲ ਥੋੜ੍ਹਾ ਜਿਹਾ ਰੁਕ ਕੇ ਇੱਕ ਬੇਨਤੀ ਕਰਨ ਲੱਗਾ, ਕਿਉਂਕਿ ਜਦੋਂ ਆਪਾਂ ਅਰਦਾਸ ਕਰਦੇ ਹਾਂ ਨਾ, ਅਰਦਾਸ ਵਿੱਚ ਸਾਡੇ ਸਾਹਮਣੇ ਇਹ ਮੁਬਾਰਕ ਬੋਲ ਆਉਂਦੇ ਨੇ। ਸਾਰੇ ਕਿਰਪਾਲਤਾ ਕਰਿਓ ਜੀ। ਆਪਾਂ ਅਰਦਾਸ ਵਿੱਚ ਕਹਿੰਦੇ ਹਾਂ ਤੇਗ ਬਹਾਦਰ ਸਿਮਰਿਐ। ਕਰੋ ਕਿਰਪਾਲਤਾ ਜੀ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ। ਧਾਏ ਸਭ ਥਾਈ ਹੋਏ ਸਹਾਏ। ਗੁਰੂ ਅੱਜ ਵੀ ਹਰ ਥਾਂ 'ਤੇ ਸਹਾਈ ਹੁੰਦਾ ਹੈ। ਪ੍ਰੀਤ ਵਾਲੇ, ਪ੍ਰੇਮ ਵਾਲੇ, ਪਿਆਰ ਵਾਲੇ। ਤੇ ਦੁਹਾਈਆਂ ਦੇ ਦੇ ਕੇ ਕਹਿੰਦੇ ਨੇ ਜਦੋਂ ਬਾਣੀ ਪੜ੍ਹੀਏ ਤੁਹਾਡੇ ਸਾਹਮਣੇ ਇਹ ਬੋਲ ਆਉਣਗੇ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਏ। ਜਿੱਥੇ ਕਿੱਥੇ ਮੈਨੂੰ ਲਏ ਛਡਾਏ। ਪ੍ਰੀਤ ਵਾਲੇ, ਪ੍ਰੇਮ ਵਾਲੇ, ਪਿਆਰ ਵਾਲੇ ਇਹ ਬਚਨ ਵਾਰ-ਵਾਰ ਆਪਣੇ ਮੁਖਾਰ ਬਿੰਦ ਤੋਂ ਬੋਲਦੇ ਨੇ। ਸਾਹਿਬ ਨੇ ਕਿਰਪਾਲਤਾ ਕੀਤੀ ਗੁਰਬਾਣੀ ਅੰਦਰ। ਸੰਤ ਸਹਾਈ ਪ੍ਰੇਮ ਕੇ ਹਉ ਤਨਕੈ ਲਾਗਾ ਪਾਏ। ਅਗਲਾ ਬੋਲ ਇਛ ਪੁੰਨੀ ਵਡ ਭਾਗਣੀ। ਸਾਹਿਬ ਜੀ ਨੇ ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਮਹਾਰਾਜ ਨੇ ਕਿਰਪਾਲਤਾ ਕੀਤੀ ਅਗਲਿਆਂ ਬੋਲਾਂ ਅੰਦਰ। ਵਿਣ ਪ੍ਰਭ ਕਿਉਂ ਸੁਖ ਪਾਈ ਹੈ ਪਰਮਾਤਮਾ ਤੋਂ ਬਿਨਾ। ਹੁਣ ਆਹ ਗੱਲ ਧਿਆਨ ਦੇਣ ਯੋਗ ਹੈ ਕਿ ਪਰਮਾਤਮਾ ਤੋਂ ਬਿਨਾ ਸੁਖ ਕਿਤਿਓਂ ਵੀ ਨਹੀਂ ਮਿਲਣਾ। ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਦੀ ਬਾਣੀ ਦਾ ਜਦੋਂ ਆਪਾਂ ਪਾਠ ਪੜ੍ਹਾਂਗੇ ਨਾ, 2 ਸ਼ਬਦ ਧਿਆਨ ਦਿਓ। ਪਹਿਲਾ ਤੇ ਸ਼ਬਦ ਆਉਂਦਾ ਮਾਰੂ ਰਾਗ ਵਿੱਚ। ਉਹ ਸ਼ਬਦ ਦੇ ਮੁਬਾਰਕ ਬੋਲ ਨੇ ਹਰ ਕੋ ਨਾਮ ਸਦਾ ਸੁਖਦਾਈ। ਪਰਮਾਤਮਾ ਦਾ ਨਾਮ ਸਦਾ ਵਾਲਾ ਹੈ। ਤੇ ਇੱਕ ਸ਼ਬਦ ਮਹਾਰਾਜ ਦੀ ਬਾਣੀ 'ਚ ਹੋਰ ਆਉਂਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ 'ਚ। ਉਹ ਮੁਬਾਰਕ ਬੋਲ ਨੇ ਹਰ ਕੇ ਨਾਮ ਬਿਨਾ ਦੁੱਖ ਪਾਵੇ। ਪਰਮਾਤਮਾ ਇੱਕ ਸ਼ਬਦ ਵਿੱਚ ਆਖਿਆ ਪਰਮਾਤਮਾ ਦਾ ਨਾਮ ਸੁਖ ਦੇਣ ਵਾਲਾ ਹੈ। ਦੂਜੇ ਸ਼ਬਦ ਵਿੱਚ ਆਖਿਆ ਪਰਮਾਤਮਾ ਦਾ ਨਾਮ ਨਾ ਜਪਿਆ ਤੇ ਪਿਆਰਿਆ ਦੁਖੀ ਹੋਏਗਾ। ਵਿਣ ਪ੍ਰਭ ਕਿਉਂ ਸੁਖ ਪਾਈ ਹੈ ਪਰਮਾਤਮਾ ਤੋਂ ਬਿਨਾ। ਪਰਮਾਤਮਾ ਤੋਂ ਬਿਨਾ ਸੁਖ ਪ੍ਰਾਪਤ ਨਹੀਂ ਹੋਣੇ। ਸੁੱਖਾਂ ਦੀ ਦਾਤ ਪਰਮਾਤਮਾ ਕੋਲ। ਤੇ ਬਾਣੀ 'ਚ ਆਪਾਂ ਕਈ ਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ੍ਹੋ, ਸ਼ਲੋਕਾਂ 'ਚ ਮੁਬਾਰਕ ਬੋਲ ਵੀ ਆਉਣਗੇ। ਜੋ ਸੁਖ ਕਉ ਚਾਹੈ ਸਦਾ। ਜੇ ਸਦਾ ਸੁੱਖਾਂ ਦੀ ਦਾਤ ਚਾਹੁੰਦੇ ਆ, ਸਦਾ ਸੁਖ, ਇਹ ਆ ਗਿਆ ਜੀ ਸਦਾ ਸੁਖ। ਗੁਰਬਾਣੀ 'ਚ ਸਦਾ ਸੁਖ ਆਏਗਾ, ਗੁਰਬਾਣੀ ਵਿੱਚ ਸਰਬ ਸੁਖ ਆਏਗਾ। ਸਰਬ ਸੁੱਖਾਂ ਕਾ ਦਾਤਾ ਸਤਿਗੁਰ। ਇੱਛਾ ਪੂਰਕ ਸਰਬ ਸੁਖ ਦਾਤਾ। ਸਾਰੇ ਸੁਖ ਗੱਲ ਚੱਲ ਰਹੀ ਹੈ ਕਿ ਸਾਰੇ ਸੁਖ, ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁੱਖ ਕਿੱਥੇ ਨੇ?
ਗੁਰਬਾਣੀ 'ਚ ਕਦੇ ਸਦਾ ਸੁਖ, ਕਦੇ ਸਰਬ ਸੁਖ, ਤੇ ਤੀਸਰੀ ਅਰਜ਼ ਤੁਹਾਡੇ ਅੱਗੇ ਕਰਾਂ, ਕਦੇ ਗੁਰੂ ਕੀ ਬਾਣੀ ਦੇ ਅੰਦਰ ਬਚਨ ਆਏਗਾ ਹਲਤ ਸੁਖ, ਪਲਤ ਸੁਖ, ਨਿਤ ਸੁਖ। ਨਿਤ ਸੁਖ, ਸਰਬ ਸੁਖ ਤੇ ਸਦਾ ਸੁਖ ਸਾਹਿਬ ਨੇ ਇਹ ਬਾਣੀ 'ਚ ਬਚਨ ਬਖਸ਼ਿਸ਼ ਕੀਤੇ ਨੇ। ਇਹ ਤਿੰਨੇ ਦਾਤਾਂ ਜਿਹੜੀਆਂ ਨੇ ਪਰਮਾਤਮਾ ਤੋਂ ਮਿਲਦੀਆਂ ਨੇ। ਨਿਤ ਸੁਖ ਮਿਲਦਾ ਪਰਮਾਤਮਾ ਤੋਂ, ਸਾਰੇ ਸੁਖ ਮਿਲਦੇ ਨੇ ਪਰਮਾਤਮਾ ਤੋਂ, ਤੇ ਸਦਾ ਸੁਖ ਮਿਲਦੇ ਨੇ ਪਰਮਾਤਮਾ ਤੋਂ। ਵਿਣ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀਂ ਜਾਏ। ਹੋਰ ਕੋਈ ਥਾਂ ਨਹੀਂ ਜਿੱਥੋਂ ਮਨੁੱਖ ਨੂੰ ਸੁਖ ਮਿਲ ਸਕੇ। ਜਿਨੀ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਪ੍ਰੇਮ ਰਸ ਨੂੰ ਚਖ ਲਿਆ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹਿ ਆਘਾਏ। ਉਹ ਤ੍ਰਿਪਤ ਹੋ ਗਏ, ਉਹਨਾਂ ਦੀ ਪਿਆਸ ਮਿਟ ਗਈ, ਉਹਨਾਂ ਦਾ ਰੱਜ ਹੋ ਗਿਆ ਜਿਨ੍ਹਾਂ ਨੇ ਪ੍ਰੇਮ ਰਸ ਨੂੰ ਚਖ ਲਿਆ। ਆਪ ਤਿਆਗ। ਹੁਣ ਆ ਨੁਕਤੇ ਤੇ ਧਿਆਨ ਦੇਣਾ ਜੀ। ਅਰਦਾਸ ਤੇ ਬੰਦਾ ਕਰਦਾ, ਅਰਦਾਸ ਕਈ ਵਾਰੀ ਕਰਦਾ ਵੀ ਹੈ, ਅਰਦਾਸ ਕਈ ਵਾਰ ਕਰਵਾਉਂਦਾ ਵੀ ਹੈ। ਖਿਮਾ ਕਰਨਾ, ਅੱਜ ਤੇ ਬਾਣੀ ਪੜ੍ਹਨ ਦੀ ਬਜਾਏ ਪੜ੍ਹਾਉਣ ਲੱਗ ਪਏ, ਸੇਵਾ ਕਰਨ ਦੀ ਬਜਾਏ ਕਰਵਾਉਣ ਲੱਗ ਪਏ। ਅਰਦਾਸ ਆਪ ਕਰਨੀ ਸੀ, ਕਰਨ ਦੀ ਬਜਾਏ ਕਰਵਾਉਣ ਲੱਗ ਪਏ। ਗੁਰੂ ਅਰਜਨ ਸਾਹਿਬ ਦਾਤਾ ਜੀ ਨੇ ਕਿਰਪਾਲਤਾ ਕੀਤੀ। ਆਪ ਤਿਆਗ। ਆਪ ਤਿਆਗ ਦਾ ਭਾਵ ਹੈ ਆਪਣੀ ਹਉਮੈ ਨੂੰ, ਆਪਣੇ ਹੰਕਾਰ ਨੂੰ ਤਿਆਗ ਕੇ। ਪਿਆਰ ਵਿੱਚ ਭਿੱਜ ਕੇ ਇੱਕ ਵਾਰ ਆਖੋ ਸਤਨਾਮ ਸ਼੍ਰੀ। ਸਾਰੇ ਚੜ੍ਹਦੀ ਕਲਾ ਵਿੱਚ ਬੋਲਿਓ ਜੀ ਸਤਨਾਮ ਸ਼੍ਰੀ। ਹਉਮੈ ਨੂੰ, ਹੰਕਾਰ ਨੂੰ, ਆਕੜ ਨੂੰ ਛੱਡ ਕੇ। ਅਰਦਾਸ ਅਸਲ ਵਿੱਚ ਹੁੰਦੀ ਹੀ ਉਦੋਂ ਹੈ ਜਦੋਂ ਬੰਦਾ ਹੰਕਾਰ ਛੱਡਦਾ। ਆਪ ਤਿਆਗ, ਬਿਨਤੀ ਕਰੈ, ਫਿਰ ਹੁੰਦੀ ਹੈ ਜੀ ਬਿਨਤੀ। ਬਿਨਤੀ ਅਰਦਾਸ। ਅਗਲਾ ਬੋਲ, ਲੇਹੋ ਪ੍ਰਭੂ ਲੜ ਲਾਏ। ਤੇ ਕੀ ਅਰਦਾਸ ਕਰਨੀ ਮਾਲਕ ਦੇ ਚਰਨਾਂ 'ਚ? ਕਿਹੜੀ ਬੇਨਤੀ ਕਰਨੀ ਹੈ? ਆਪਣੇ ਲੜ ਲਾਓ, ਬਾਣੀ ਲੜ ਲਾਓ, ਗੁਰ ਸ਼ਬਦ ਦੇ ਲੜ ਲਾਓ। ਲੇਹੋ ਪ੍ਰਭੂ ਲੜ ਲਾਏ, ਜੋ ਹਰ ਕੰਤ ਮਿਲਾਈਆਂ। ਜਿਨ੍ਹਾਂ ਨੂੰ ਪਰਮਾਤਮਾ ਰੂਪੀ ਕੰਤ ਨੇ, ਪਤੀ ਨੇ ਆਪਣੇ ਨਾਲ ਮਿਲਾ ਲਿਆ ਹੋਵੇ। ਸੇ ਵਿਛੋੜ ਕਤੈ ਨਾ ਜਾਏ। ਉਹਨਾਂ ਦਾ ਪਰਮਾਤਮਾ ਨਾਲੋਂ ਕਦੇ ਵੀ ਵਿਛੋੜਾ ਨਹੀਂ ਪੈਂਦਾ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਹੋਵੇ, ਤਿੰਨਾਂ ਦਾ ਪਰਮਾਤਮਾ ਨਾਲੋਂ ਕਦੇ ਵੀ ਵਿਛੋੜਾ ਨਹੀਂ ਪੈਂਦਾ। ਅਗਲਾ ਬੋਲ, ਪ੍ਰਭ ਵਿਣ ਦੂਜਾ ਕੋ ਨਹੀਂ। ਪਰਮਾਤਮਾ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ। ਸੰਸਾਰ ਵਿੱਚ ਵਿਚਰਦੇ ਆ ਨਾ, ਮਨੁੱਖ ਨੇ ਕਦੇ ਪਰਿਵਾਰ 'ਤੇ ਟੇਕ ਰੱਖੀ ਹੁੰਦੀ ਹੈ, ਪਰਿਵਾਰ 'ਤੇ, ਕਈ ਵਾਰ ਭਰਾਵਾਂ 'ਤੇ। ਅਤੇ ਸੰਸਾਰ ਵਿੱਚੋਂ ਮੈਂ ਕਈ ਵਾਰ ਲੋਕਾਂ ਨੂੰ ਕਹਿੰਦਿਆਂ ਸੁਣਿਆ ਵੀ ਇੱਥੇ ਕੋਈ ਭਰਾ ਭਰੂ ਨਹੀਂ ਜੀ। ਸਾਹਿਬ ਜੀ ਨੇ
ਕਿਰਪਾਲਤਾ ਕੀਤੀ ਪ੍ਰਭ ਬਿਨ ਦੂਜਾ ਕੋ ਨਹੀਂ। ਜਦੋਂ ਕਈ ਵਾਰੀ ਭਰਾ ਵੀ ਠੋਕਰ ਮਾਰਦਾ ਹੈ, ਕਈ ਵਾਰੀ ਪੁੱਤਰ ਵੀ ਠੋਕਰ ਮਾਰਦਾ ਹੈ, ਕਈ ਵਾਰੀ ਪਰਿਵਾਰ ਵੀ ਠੋਕਰ ਮਾਰਦਾ ਹੈ, ਕਈ ਵਾਰ ਰਿਸ਼ਤੇਦਾਰ ਠੋਕਰ ਮਾਰਦੇ ਨੇ, ਕਈ ਵਾਰ ਸੰਸਾਰ ਜਦੋਂ ਠੋਕਰ ਮਾਰਦਾ ਹੈ, ਤੇ ਫਿਰ ਆਪਣੇ ਆਪ ਇਹਦੀ ਜ਼ੁਬਾਨ ਤੋਂ ਨਿਕਲਦਾ ਵੀ ਪ੍ਰਮਾਤਮਾ ਤੋਂ ਬਿਨਾਂ ਹੁਣ ਮੇਰਾ ਕੋਈ ਵੀ ਨਹੀਂ, ਕੋਈ ਨਹੀਂ ਹੈ ਮੇਰਾ ਪ੍ਰਮਾਤਮਾ ਤੋਂ ਬਿਨਾਂ। ਸੰਸਾਰ ਦੀ ਠੋਕਰ ਵੱਜਦੀ ਹੈ ਜਦੋਂ, ਪ੍ਰਭ ਬਿਨ ਦੂਜਾ ਕੋ ਨਹੀਂ। ਹੁਣ ਗੁਰਬਾਣੀ ਨੂੰ ਜਦੋਂ ਪੜ੍ਹੀਏ, ਗੁਰਬਾਣੀ ਪੜ੍ਹਦਿਆਂ ਤੁਹਾਡੇ ਸਾਹਮਣੇ ਇਹ ਬਚਨ ਆਉਂਦੇ ਨੇ, ਜਿਸ ਪਾਪੀ ਨੂੰ ਸੰਸਾਰ ਵਿੱਚ ਕਿਤੇ ਨਹੀਂ ਢੋਈ ਮਿਲਦੀ, ਜੇ ਕਿਤੇ ਉਹ ਪਾਪੀ ਗੁਰੂ ਦੇ ਚਰਨਾਂ ਵਿੱਚ ਆ ਜਾਏ ਉਹਨੂੰ ਮਾਲਕ ਗਲ ਨਾਲ ਲਾ ਲੈਂਦਾ ਹੈ। ਤਿੰਨ ਬੰਦਿਆਂ ਦਾ ਜ਼ਿਕਰ ਕੀਤਾ ਹੈ ਮਹਾਰਾਜ ਨੇ, ਗੁਰੂ ਅਰਜਨ ਸਾਹਿਬ ਨੇ। ਇੱਕ ਸਾਕਤ, ਦੂਜਾ ਨਿੰਦਕ ਤੇ ਤੀਜਾ ਦੁਸ਼ਟ। ਬੰਦਾ ਸਾਕਤ ਹੋਵੇ, ਬੰਦਾ ਨਿੰਦਕ ਹੋਵੇ, ਬੰਦਾ ਦੁਸ਼ਟ ਹੋਵੇ, ਪਰਮਾਤਮਾ ਉਹਨਾਂ ਦਾ ਵੀ ਉਧਾਰ ਕਰ ਦਿੰਦਾ। ਸੰਸਾਰ ਵਿੱਚੋਂ ਹੋਰ ਕੋਈ ਇਹਨਾਂ ਦਾ ਉਧਾਰ ਨਹੀਂ ਕਰ ਸਕਦਾ। ਪ੍ਰਭ ਬਿਨ ਦੂਜਾ ਕੋ ਨਹੀਂ। ਗੁਰਮੁਖੋ, ਹੁਣ ਅੱਜ ਦੇ ਸਮੇਂ ਵਿੱਚ ਇੱਕ ਬਹੁਤ ਵੱਡਾ ਸੱਚ ਹੈ ਕਿ ਮਨੁੱਖ ਦੇ ਅੰਦਰ ਆਪਣੀ ਉਸਤਤ, ਆਪਣੀ ਵਡਿਆਈ ਦੀ ਭੁੱਖ ਹੈ ਵੀ ਮੈਂ ਆਪਣੇ ਕੰਨਾਂ ਨਾਲ ਆਪਣੀ ਵਡਿਆਈ ਸੁਣਾ। ਖਿਮਾ ਕਰਨਾ, ਇਹ ਭੁੱਖ ਜਿਹੜੀ ਹੈ ਮਨੁੱਖ ਦੇ ਅੰਦਰ ਪ੍ਰਬਲ ਹੈ, ਬੜੀ ਹੈ। ਤੇ ਜੇ ਕਿਤੇ ਮਾਫ ਕਰਨਾ, ਕਈ ਵਾਰ ਨਾ ਸਾਡੇ ਭਾਈਚਾਰੇ ਵਿੱਚ ਵੀ ਜਿਹੜੀ ਹੈ ਕਿਸੇ ਦੀ ਉਸਤਤ ਕਰਨੀ ਪੈਂਦੀ ਹੈ, ਕਿਸੇ ਦੀ ਤਾਰੀਫ ਕਰਨੀ ਪੈਂਦੀ ਹੈ, ਕਿਸੇ ਦੀ ਖੁਸ਼ਾਮਦ ਕਰਨੀ ਪੈਂਦੀ ਹੈ। ਕਿਉਂ? ਜੇ ਮੈਂ ਤਾਰੀਫ ਕਰਾਂ, ਉਸਤਤ ਕਰਾਂ, ਖੁਸ਼ਾਮਦ ਕਰਾਂ ਤੇ ਅਗਲੇ ਨੇ ਮੈਨੂੰ ਵਾਰ-ਵਾਰ ਸੱਦਣਾ। ਤੇ ਜੇ ਮੈਂ ਖੁਸ਼ਾਮਦ, ਤਾਰੀਫ, ਉਸਤਤ ਅਗਲੇ ਦੀ ਨਾ ਕੀਤੀ ਤਾਂ ਮੈਨੂੰ ਅਗਲੇ ਨੇ ਮੁੜ ਕੇ ਦੁਬਾਰਾ ਸੱਦਣਾ ਨਹੀਂ। ਔਰ ਕਈ ਵਾਰ ਸਾਡੇ ਨਾਲ ਤਾਂ ਇੱਦਾਂ ਕਈ ਵਾਰ ਹੋਇਆ ਵੀ ਹੈ। ਗੁਰਮੁਖੋ, ਕਈ ਵਾਰ ਬੰਦਿਆਂ ਨੇ ਸਪਸ਼ਟ ਹੀ ਕਹਿ ਦਿੱਤਾ ਵੀ ਤੁਸੀਂ ਸਾਡਾ ਨਾਂ ਹੀ ਨਹੀਂ ਲਿਆ ਸਟੇਜ ਉੱਤੇ, ਤੁਸੀਂ ਸਾਡੀ ਉਸਤਤ ਵਿੱਚ ਕੋਈ ਚਾਰ ਸ਼ਬਦ ਹੀ ਨਹੀਂ ਬੋਲੇ। ਭਾਈ ਸਾਹਿਬ ਸਟੇਜ ਉੱਤੇ ਅਸੀਂ ਤੁਹਾਨੂੰ ਸੱਦਿਆ, ਤੁਸੀਂ ਸਾਡੀ ਵਾਹ ਵਾਹ ਨਹੀਂ ਕੀਤੀ, ਤੁਸੀਂ ਸਾਡੀ ਬੱਲੇ ਬੱਲੇ ਨਹੀਂ ਕੀਤੀ। ਕਈ ਵਾਰ ਕਈ ਸੱਜਣਾ ਨੇ ਕਹਿ ਵੀ ਦਿੱਤਾ। ਚਲੋ ਠੀਕ ਹੈ, ਆਪੋ ਆਪਣੀ ਸੋਚ ਹੈ, ਵਿਚਾਰ ਹੈ, ਥਿੰਕਿੰਗ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ ਤੁਹਾਡੇ ਅੱਗੇ ਵੀ ਕਈ ਵਾਰੀ ਬੰਦਾ ਬੰਦੇ ਦੀ ਉਸਤਤ ਨਾ ਕਰੇ ਪਿਆਰਿਓ, ਤੇ ਇੱਥੋਂ ਤੱਕ ਗੱਲ ਆ ਜਾਂਦੀ ਹੈ। ਅਗਲਾ ਬੰਦਾ ਕਹਿੰਦਾ ਵੀ ਪਿਆਰਿਆ ਮੈਂ ਤੇਰੀ, ਜੇ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾਤਾ ਜੀ ਦੇ ਵੇਲੇ ਮੈਂ ਕਈ ਵਾਰ ਅੱਗੇ ਜ਼ਿਕਰ ਕਰਕੇ ਗਿਆ ਵੀ ਇੱਕ ਦੇਵੀਦਾਸ ਨਾਂ ਦਾ ਸੱਜਣ ਹੋਇਆ, ਦੇਵੀਦਾਸ ਨਾਂ ਦਾ ਸੱਜਣ, ਤੇ ਔਰੰਗਜ਼ੇਬ ਦੇ ਦਰਬਾਰ, ਔਰੰਗਜ਼ੇਬ ਦੀ ਨੌਕਰੀ ਕਰਦਾ। ਔਰੰਗਜ਼ੇਬ ਦੇ ਦਰਬਾਰ ਵਿੱਚ ਉਹਨੇ ਕਿਹਾ, ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾਤਾ ਜੀ ਦੀ ਬਰਾਬਰੀ ਦੁਨੀਆ ਦੇ ਤਖਤੇ ਤੇ ਕੋਈ ਨਹੀਂ ਕਰ ਸਕਦਾ। ਗੱਜ ਕੇ ਆਖੋ ਸਤਨਾਮ ਸ਼੍ਰੀ, ਬੋਲਿਓ ਜੀ, ਪਿਆਰ ਵਿੱਚ ਭਿੱਜ ਕੇ ਬੋਲਿਓ ਸਤਨਾਮ ਸ਼੍ਰੀ। ਕੋਈ ਨਹੀਂ ਕਰ ਸਕਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਰਾਬਰੀ। ਤੇ ਔਰੰਗਜ਼ੇਬ ਦੱਸਾਂ ਕੀ ਕਹਿੰਦਾ? ਕਹਿੰਦਾ ਨੌਕਰੀ ਤੂੰ ਮੇਰੇ ਕੋਲੇ ਕਰਦਾ, ਤਨਖਾਹ ਤੈਨੂੰ ਮੈਂ ਦਿਆਂ, ਬੱਚੇ ਤੇਰੇ ਮੇਰੀ ਦਿੱਤੀ ਹੋਈ ਤਨਖਾਹ ਨਾਲ ਪਲਦੇ ਆ, ਰੋਟੀ ਤੁਹਾਡੇ ਘਰ ਵਿੱਚ ਮੇਰੇ ਦਿੱਤੇ ਹੋਏ ਪੈਸਿਆਂ ਨਾਲ ਚੱਲਦੀ ਆ। ਉਸਤਤ ਤੈਨੂੰ ਮੇਰੀ ਕਰਨੀ ਚਾਹੀਦੀ ਸੀ, ਪਰ ਉਸਤਤ ਤੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਰਦਾ। ਕਹਿਣ ਤੋਂ ਭਾਵ ਕਿ ਜੇ ਬੰਦਾ ਬੰਦੇ ਦੀ ਉਸਤਤ ਨਾ ਕਰੇ ਤੇ ਕਈ ਵਾਰੀ ਬੰਦਾ ਰੋਜੀ ਰੋਟੀ ਬੰਦ ਕਰਨ ਤੱਕ ਵੀ ਚਲਿਆ ਜਾਂਦਾ। ਪਰਮਾਤਮਾ ਵਰਗਾ ਕੋਈ ਨਹੀਂ, ਜਿੱਥੇ ਗੱਲ ਲੈ ਕੇ ਆਉਣੀ ਆਪਾਂ ਨੇ, ਪਰਮਾਤਮਾ ਵਰਗਾ ਕੋਈ ਨਹੀਂ। ਕਿਉਂ? ਭਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ, ਕਹਿਣ ਲੱਗੇ ਜਿਹੜੇ ਬੰਦੇ ਨੇ ਕਦੇ ਰੱਬ ਦੀ ਉਸਤਤ ਨਾ ਕੀਤੀ ਹੋਵੇ, ਉਹ ਰੱਬ ਦੇ ਗੁਣ ਨਾ ਗਾਏ ਹੋਣ, ਰੱਬ ਦੀ ਵਡਿਆਈ ਨਾ ਕੀਤੀ ਹੋਵੇ, ਕਦੇ ਰੱਬ ਦਾ ਸ਼ੁਕਰਾਨਾ ਨਾ ਕੀਤਾ ਹੋਵੇ, ਕਦੇ ਜਿਹੜੇ ਬੰਦੇ ਦੇ ਹੱਥ ਨਾ ਕਦੇ ਜੁੜੇ ਹੋਣ ਰੱਬ ਅੱਗੇ,
ਜਿਹੜੇ ਬੰਦੇ ਨੇ ਕਦੇ ਹੱਥ 'ਚ ਗੁਰਬਾਣੀ ਦਾ ਗੁਟਕਾ ਸਾਹਿਬ ਫੜ ਕੇ ਕਦੇ ਬਾਣੀ ਨਾ ਪੜ੍ਹੀ ਹੋਵੇ, ਪਰਮਾਤਮਾ ਉਹਨਾਂ ਬੰਦਿਆਂ ਨੂੰ ਵੀ ਪਾਲੀ ਜਾਂਦਾ ਹੈ। ਰੱਬ ਉਹਨਾਂ ਨੂੰ ਵੀ ਪਾਲੀ ਜਾਂਦਾ ਹੈ ਜਿਨ੍ਹਾਂ ਨੇ ਕਦੇ ਰੱਬ ਦੀ ਉਸਤਤ, ਕਦੇ ਵਡਿਆਈ ਤੇ ਕਦੇ ਰੱਬ ਦੀ ਕਦੀ ਉਸਤਤ, ਕਦੀ ਵਡਿਆਈ, ਕਦੇ ਰੱਬ ਦਾ ਨਾਮ ਨਹੀਂ ਜਪਿਆ, ਕਦੇ ਰੱਬ ਦੇ ਗੁਣ ਨਹੀਂ ਗਾਏ, ਕਦੇ ਰੱਬ ਦੇ ਨਾਲ ਕਦੇ ਆਪਣੀ ਸੁਰਤ ਨੂੰ ਜੋੜਿਆ ਨਹੀਂ। ਜਿਨ੍ਹਾਂ ਨੇ ਰੱਬ ਉਹਨਾਂ ਦੀ ਵੀ ਪਾਲਣਾ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੁਬਾਰਕ ਬੋਲ ਆਉਂਦੇ ਨੇ। ਸਾਹਿਬ ਜੀ ਕਹਿਣ ਲੱਗੇ, ਅਕਿਰਤ ਘਣਾ ਨੂੰ ਪਾਲਦਾ। ਵੇਖੋ, ਪ੍ਰਭ ਬਿਨ ਦੂਜਾ ਕੋ ਨਹੀਂ। ਪਰਮਾਤਮਾ ਵਰਗਾ ਦੂਜਾ ਇਸ ਸੰਸਾਰ ਵਿੱਚ, ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਹੋ ਸਕਦਾ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਨ ਆਏ। ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਮਹਾਰਾਜ ਕਹਿੰਦੇ, ਅਸੀਂ ਉਸ ਪਰਮਾਤਮਾ ਦੀ ਸ਼ਰਨ ਵਿੱਚ ਹਾਂ। ਆਓ ਸਾਰੇ ਪਰਮਾਤਮਾ ਦੀ ਸ਼ਰਨ ਵਿੱਚ ਆਈਏ, ਪਰਮਾਤਮਾ ਦੀ ਸ਼ਰਨ ਵਿੱਚ ਆ ਕੇ ਨਾਮ ਜਪੀਏ, ਉਹਦੇ ਚਰਨਾਂ ਨਾਲ ਜੁੜੀਏ, ਚਿੱਤ ਜੋੜੀਏ ਉਹਦੇ ਨਾਲ, ਜਿਹਦੇ ਵਰਗਾ ਹੋਰ ਕੋਈ ਨਹੀਂ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਨ ਆਏ। ਅਖੀਰ ਬਚਨ ਸਾਹਿਬ ਜੀ ਕਹਿੰਦੇ, ਅਸੂ ਸੁਖੀ ਵਸੰਦੀਆਂ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ, ਆਓ ਗੁਰਬਾਣੀ ਦੇ ਇੱਕ ਦੋ ਪ੍ਰਮਾਣ ਕਹਿ ਕੇ ਵਿਚਾਰ ਨੂੰ ਸੰਕੋਚਣ ਦਾ ਵੀ ਯਤਨ ਕਰੀਏ। ਸਮਾਂ ਸੰਪੂਰਨਤਾ 'ਤੇ ਚੱਲਿਆ ਗਿਆ। ਜਦੋਂ ਆਪਾਂ ਗੁਰਦੇਵ ਦੀ ਪਾਵਨ ਪਵਿੱਤਰ ਬਾਣੀ ਦਾ ਪਾਠ ਪੜ੍ਹਦੇ ਹਾਂ, ਜੇ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਨੂੰ ਪੜ੍ਹੀਏ, ਜੇ ਆਪਾਂ ਤਲੰਗ ਰਾਗ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਦੇ ਮੁਬਾਰਕ ਬੋਲ, ਗੁਰੂ ਅਰਜਨ ਸਾਹਿਬ ਦੇ ਮੁਬਾਰਕ ਬੋਲ ਪੜ੍ਹ ਲਈਏ, ਤੇ ਤੁਹਾਡੇ ਸਾਹਮਣੇ ਕਈ ਵਾਰੇ ਬਚਨ ਆਉਂਦੇ ਨਾ, ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ। ਤੇ ਅਗਲਾ ਬੋਲ ਕੀ ਕਿਹਾ ਮਹਾਰਾਜ ਨੇ? ਕਹਿਣ ਲੱਗੇ, ਰਹਿਮ ਤੇਰੀ ਸੁਖ ਪਾਇਆ। ਮਾਲਕਾ ਤੇਰਾ ਰਹਿਮ ਹੋਵੇ, ਰਹਿਮ ਤੇਰਾ ਰਹਿਮ ਹੋਵੇ, ਤੇਰੀ ਬਖਸ਼ਿਸ਼ ਹੋਵੇ, ਤੇ ਤਾਂ ਕਿਤੇ ਜਾ ਕੇ ਸੁੱਖ ਮਿਲਦਾ ਹੈ, ਤਾਂ ਕਿਤੇ ਜਾ ਕੇ ਸੁੱਖ ਮਿਲਦਾ। ਨਹੀਂ ਤੇ ਖਿਮਾ ਕਰਨਾ, ਕਰੋੜਾਂ ਦਾ ਬੰਦਾ ਮਾਲਕ ਹੋਵੇ ਤੇ ਤਾਂ ਵੀ ਕਈ ਵਾਰੀ ਮੰਜੇ ਦੇ ਉੱਤੇ ਸਾਰੀ ਰਾਤ ਵਿਲਕਦਿਆਂ ਲੰਘ ਜਾਂਦੀ ਹੈ, ਪਾਸੇ ਮਾਰਦਿਆਂ ਲੰਘ ਜਾਂਦੀ ਹੈ, ਨੀਂਦਰ ਨਹੀਂ ਪੈਂਦੀ। ਪਿਆਰਿਓ, ਮਾਲਕ ਦੀ ਮਿਹਰ ਵਿੱਚ ਸੁੱਖ ਹੈ। ਰਹਿਮ ਤੇਰੀ ਸੁੱਖ ਪਾਇਆ ਸਦਾ, ਨਾਨਕ ਕੀ ਅਰਦਾਸ। ਧੰਨ ਧੰਨ ਭਗਤ ਕਬੀਰ ਸਾਹਿਬ ਜੀ ਮਹਾਰਾਜ, ਜਦੋਂ ਉਹਨਾਂ ਨੂੰ ਪੁੱਛਿਆ, ਜਿਹੜੀ ਗੱਲ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਅਸੂ ਸੁਖੀ ਵਸੰਦੀਆਂ, ਕੌਣ ਵਸਦਾ ਸੁਖੀ? ਕਬੀਰ ਹਰ ਕਾ ਸਿਮਰਨ ਜੋ ਕਰੇ। ਧੰਨ ਧੰਨ ਭਗਤ ਕਬੀਰ ਸਾਹਿਬ ਜੀ ਮਹਾਰਾਜ ਕਿਰਪਾਲਤਾ ਕਰਦੇ ਨੇ। ਕਬੀਰ ਹਰ ਕਾ ਸਿਮਰਨ ਜੋ ਕਰੇ, ਸੋ ਸੁਖੀਆ ਸੰਸਾਰ। ਉਹ ਅਸਲ ਵਿੱਚ ਸੁਖੀ ਹੈ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ। ਸਾਰੇ ਬੋਲੋ ਜੀ, ਸਤਨਾਮ ਸ਼੍ਰੀ। ਜਿਹੜਾ ਸਿਮਰਨ ਕਰਦਾ ਪ੍ਰਮਾਤਮਾ ਦਾ, ਉਹ ਸੁਖੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪੁੱਛੋ, ਜਦੋਂ ਸੁਖੀ ਦੀ ਗੱਲ, ਸੁਖੀਆ ਦੀ ਗੱਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਬਾਣੀ ਵਿੱਚ ਕਰਦੇ ਨੇ ਤੇ ਬਚਨ ਬਖਸ਼ਿਸ਼ ਕਰਦੇ ਨੇ, ਕਹੋ ਨਾਨਕ ਸੋਈ ਨਰ ਸੁਖੀਆ। ਮਹਾਰਾਜ ਕੌਣ? ਰਾਮ ਨਾਮ ਗੁਣ ਗਾਵੇ। ਜਿਹੜਾ ਰੱਬ ਦੇ ਗੁਣਾਂ ਨੂੰ ਗਾਵੇ, ਅਸਲ ਵਿੱਚ ਉਹ ਸੁਖੀ ਹੈ। ਅਸੂ ਸੁਖੀ ਵਸੰਦੀਆਂ। ਕੌਣ ਵਸਦਾ ਜੀ ਸੁਖੀ? ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਤੇ ਆਪਾਂ ਆਓ ਸਾਰੇ ਜਣੇ ਅਰਦਾਸ ਕਰਿਆ ਕਰੀਏ, ਮਹਾਰਾਜ ਸੱਚੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨੀ, ਕਿਰਪਾ ਕਰਨੀ, ਗੁਣ ਗਾਉਣ ਦੀ ਦਾਤ ਬਖਸ਼ਣਾ, ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨੀ। ਇਹ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ 'ਚ। ਜਿਨ੍ਹਾਂ ਮਾਇਆ ਹਰ ਰਾਏ। ਆਓ ਅਖੀਰ ਬੋਲ ਪੜ੍ਹੀਏ, ਸਮਾਪਤੀ ਕਰੀਏ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ
विचारहो कोई माटी का क्या तो पै स्वामी मानस की गत यही। मालिक दे अगे अरदास करिए, दाता जी किरपा करो, बख्शिश करो। तो आपां अरदास करन लगे रोज़ाना पढ़ते हाँ, हुण भी आपां पढ़ना है। आओ पढ़ो, बोलो। तू ठाकुर तुम पह अरदास। सारे किरपा करो जी। तू ठाकुर तुम पह अरदास। जियो पिंड सब, जियो पिंड सब तेरी रास। तुम मात पिता हम बारिक तेरे। ते अगे की कहने, तुमरी कृपा में सुख कनेरे। तेरी कृपा च बड़े सुख ने दातिया, कृपा कर। अरदास करना मालिक दे चरनां च। सुख प्रभ सिमरन का, जिहड़ा सुख परमात्मा दे सिमरन विचों मिलदा है, उस सुख दा कदे अंत नहीं हुंदा। दाता कृपा करी सिमरन दी दात साडी झोली विच पाई। ये अरदास करनी महाराज दे चरनां च, महाराज साडे ते ये कृपा करो। अरदास करनी महाराज दे चरनां च। जो सुख प्रभ गोबिंद की सेवा, जेड़ा सिख गुरु की सेवा, जेड़ा सुख गुरु की सेवा विचों मिलदा है, वो किते होर नहीं मिलदा। दाते दे चरनां विच ये अरदास करिए, दाता सेवा दी दात, सिमरन दी दात साडी झोली विच पाउणे। क्योंकि सेवा ते सिमरन विचों बेअंत सुख जिहड़े ने वो प्राप्त हुंदे ने। असू सुखी वसंदियां जिन्ना माया हर राए। इन्हीं विचार नाल हाज़री प्रवान। दिता होया समा संपूर्ण है। धन श्री गुरु ग्रंथ साहिब जियां दा, आप सारियां संगतां दा, समुचे ही प्रबंधक वीरां दा दिल दीयां गहराइयां चों धन्नवाद करदा होया फतेह अर्ज करन लगा जी। प्रवान करियो, चढ़दी कला विच बोलियो जी। वाहिगुरू जी का खालसा, वाहिगुरू जी की फतेह।